ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸ਼੍ਰੀ ਸੁਖਮਨੀ ਸਾਹਿਬ ਦੀ ਪੰਜਵੀਂ ਅਸ਼ਟਪਦੀ ਦੀ ਦੂਜੀ ਪੌੜੀ ਤੋਂ ਵਿਆਖਿਆ ਦੀ ਆਰੰਭਤਾ ਕਰੀਏ। ਸਤਿਗੁਰੂ ਜੀ ਫਰਮਾਉਂਦੇ ਹਨ, ਅਗਨਤ ਸਾਹੋ ਆਪਣੀ ਦੇ ਰਾਸ। ਉਹ ਜਿਹੜਾ ਸ਼ਾਹੂਕਾਰ ਹੈ ਨਾ, ਅਕਾਲ ਪੁਰਖ ਵਾਹਿਗੁਰੂ, ਉਹ ਆਪਣੇ ਵੱਲੋਂ ਆਪਣੀ ਤਰਫੋਂ ਇਸ ਜੀਵ ਨੂੰ ਅਣਗਿਣਤ ਪੂੰਜੀ ਬਖਸ਼ਦਾ ਹੈ। ਧਨ ਦੌਲਤ ਪਦਾਰਥ ਸਭ ਕੁਛ ਬੇਅੰਤ ਬਖਸ਼ਦਾ ਹੈ। ਇਸਤਰੀ ਪੁੱਤਰ ਆਦਿਕ ਬਖਸ਼ਦਾ ਹੈ। ਸਭ ਵਸਤੂਆਂ ਇਸ ਨੂੰ ਦਿੰਦਾ ਹੈ। ਖਾਤ ਪੀਤ ਵਰਤੈ ਆਨੰਦ ਉਲਾਸ। ਮਹਾਰਾਜ ਕਹਿਣਗੇ ਬੜੇ ਆਨੰਦ ਤੇ ਉਤਸ਼ਾਹ ਦੇ ਨਾਲ ਉਹਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਨੂੰ ਵਰਤਦਾ, ਵਧੀਆ ਤੋਂ ਵਧੀਆ ਭੋਜਨ ਖਾਂਦਾ, ਵਧੀਆ ਤੋਂ ਵਧੀਆ ਪਦਾਰਥ ਪੀਂਦਾ ਹੈ। ਇਹ ਬੜੇ ਆਨੰਦ ਦੇ ਨਾਲ ਸਾਰੀਆਂ ਚੀਜ਼ਾਂ ਨੂੰ ਬੜੇ ਉਤਸ਼ਾਹ ਦੇ ਨਾਲ ਵਰਤਦਾ ਹੈ ਤੇ ਆਪਣੀ ਮਨ ਬੈਠਦਾ ਵੀ ਇਹ ਤਾਂ ਮੇਰੀਆਂ ਹੀ ਨੇ ਸਾਰੀਆਂ ਵਸਤੂਆਂ। ਤੇ ਜਦੋਂ ਕਿਤੇ ਉਹ ਵਾਹਿਗੁਰੂ ਆਪਣੀ ਅਮਾਨ ਕਛ ਬਾਹੁਰ ਸਾਹੁ ਲੇ, ਉਹ ਜਿਹੜਾ ਸ਼ਾਹੂਕਾਰ ਜਿਹਨੇ ਸਾਨੂੰ ਇਹ ਸਭ ਕੁਝ ਬਖਸ਼ਿਆ ਹੈ, ਧਨ ਦੌਲਤ ਇਸਤਰੀ ਪੁੱਤਰ ਆਦਿਕ ਜਿਸ ਨੇ ਸਭ ਸਾਨੂੰ ਦਿੱਤਾ ਹੈ, ਜੇ ਕਿਤੇ ਉਹ ਆਪਣੀ ਦਿੱਤੀ ਹੋਈ ਵਸਤੂ ਦੇ ਵਿੱਚੋਂ ਕੋਈ ਵਸਤੂ ਇਸ ਤੋਂ ਲੈ ਲਵੇ, ਜੇ ਕੁਝ ਮੰਨ ਲਓ ਇਹ ਪੁੱਤਰ ਧੀਆਂ ਇਸਤਰੀ ਆਦਿਕ ਬਖਸ਼ਿਆ, ਮੰਨ ਲਓ ਉਹ ਵਾਹਿਗੁਰੂ ਇਸ ਦਾ ਪੁੱਤਰ ਲੈ ਲਵੇ, ਉਹ ਪਰਮਾਤਮਾ ਇਸਤਰੀ ਲੈ ਲਵੇ, ਚੜ੍ਹਾਈ ਕਰ ਜਾਵੇ, ਜਾਂ ਹੋਰ ਜਿੰਨੇ ਪਦਾਰਥ ਵਾਹਿਗੁਰੂ ਨੇ ਦਿੱਤੇ ਹਨ ਉਹਨਾਂ ਪਦਾਰਥਾਂ ਦੇ ਵਿੱਚੋਂ ਕੁਝ ਇਹਦਾ ਨੁਕਸਾਨ ਹੋ ਜਾਵੇ, ਵਾਹਿਗੁਰੂ ਇਹਦੇ ਤੋਂ ਉਹ ਪਦਾਰਥ ਲੈ ਲਵੇ। ਅਗਿਆਨੀ ਮਨ ਰੋਸ ਕਰੇ। ਇਹ ਅਗਿਆਨੀ ਐਸਾ ਹੈ ਕਿ ਉਸ ਵਾਹਿਗੁਰੂ ਤੇ ਗੁੱਸਾ ਕਰਨ ਲੱਗ ਪੈਂਦਾ, ਉਸ ਦੇ ਨਾਲ ਰੁੱਸ ਜਾਂਦਾ, ਕਹਿਣ ਲੱਗਾ ਤੂੰ ਮੇਰਾ ਪੁੱਤਰ ਲੈ ਲਿਆ, ਤੂੰ ਮੇਰੀ ਇਸਤਰੀ ਲੈ ਲਈ, ਤੂੰ ਮੇਰਾ ਧਨ ਨਾਸ ਕਰ ਦਿੱਤਾ ਵਾਹਿਗੁਰੂ। ਇਹ ਉਹਦੇ ਨਾਲ ਗੁੱਸੇ ਹੋਣ ਲੱਗ ਪੈਂਦਾ, ਜਦ ਕਿ ਉਸ ਵਾਹਿਗੁਰੂ ਦੀ ਦਿੱਤੀ ਹੋਈ ਵਸਤੂ ਹੈ, ਉਹ ਜਦੋਂ ਜੀ ਚਾਹੇ ਉਸ ਦਾ ਲੈ ਲਵੇ। ਪਰ ਇਹ ਅਗਿਆਨੀ ਉਸ ਵਾਹਿਗੁਰੂ ਤੇ ਗੁੱਸਾ ਕਰਨ ਲੱਗ ਪੈਂਦਾ। ਫਿਰ ਅੱਗੇ ਮਹਾਰਾਜ ਕਹਿੰਦੇ ਆਪਣੀ ਪ੍ਰਤੀਤ ਆਪ ਹੀ ਖੋਵੈ। ਇਸ ਤਰ੍ਹਾਂ ਦੇਖੋ, ਇਹ ਜੀਵ ਆਪਣੀ ਪ੍ਰਤੀਤ ਆਪਣਾ ਭਰੋਸਾ ਆਪ ਹੀ ਗਵਾ ਲੈਂਦਾ। ਇਸੇ ਤਰ੍ਹਾਂ ਦਿੱਤੀਆਂ ਹੋਈਆਂ ਵਸਤੂਆਂ ਨੇ ਨਾ ਵਾਹਿਗੁਰੂ ਦੀਆਂ ਸਾਨੂੰ ਸਾਰੀਆਂ, ਤੇ ਇਹ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਵਸਤੂਆਂ ਨੂੰ ਆਪਣੀਆਂ ਮੰਨ ਲੈਂਦਾ, ਕਹਿਣ ਲੱਗਾ ਮੈਂ ਨਹੀਂ ਦੇਣੀਆਂ, ਹੁਣ ਉਹ ਮਰਜ਼ੀ ਆ ਉਹਦੀ, ਜਦੋਂ ਮਰਜ਼ੀ ਲਵੇ। ਇਸ ਕਰਕੇ ਆਪਣਾ ਭਰੋਸਾ ਹੀ ਪਰਮਾਤਮਾ ਵੱਲੋਂ ਗਵਾ ਲੈਂਦਾ। ਵਾਹਿਗੁਰੂ ਫਿਰ ਮੁੜ ਕੇ ਇਹਦੇ ਤੇ ਭਰੋਸਾ ਹੀ ਨਹੀਂ ਕਰਦਾ ਵੀ ਮੈਂ ਇਹਨੂੰ ਵਸਤੂ ਦਿੰਨਾ, ਇਹ ਆਪਣੀ ਮੰਨ ਕੇ ਬਹਿ ਜਾਂਦਾ, ਇਹ ਮੈਨੂੰ ਵਾਪਸ ਕਰਨ ਦਾ ਨਾਮ ਹੀ ਨਹੀਂ ਲੈਂਦਾ ਹੈਗਾ, ਤੇ ਆਪਣਾ ਭਰੋਸਾ ਆਪ ਹੀ ਗਵਾ ਲੈਂਦਾ ਹੈ। ਬਹੁਰ ਉਸਕਾ ਵਿਸ਼ਵਾਸ ਨਾ ਹੋਵੇ। ਫਿਰ ਮੁੜ ਕੇ ਇਹਦਾ ਕਦੇ ਵੀ ਪਰਮਾਤਮਾ ਵਿਸ਼ਵਾਸ ਨਹੀਂ ਕਰਦਾ, ਕਦੇ ਵੀ ਇਹਦੇ ਤੇ ਫਿਰ ਭਰੋਸਾ ਨਹੀਂ ਕਰਦਾ ਹੈ। ਜਦ ਕਿ ਮਹਾਰਾਜ ਕਹਿਣ ਲੱਗੇ ਚਾਹੀਦਾ ਤਾਂ ਇਹ ਹੈ, ਜਿਸ ਕੀ ਵਸਤ ਤਿਸ ਆਗਿਆ ਰੱਖੈ। ਇਹ ਜਿਸ ਦੀਆਂ ਦਿੱਤੀਆਂ ਹੋਈਆਂ ਵਸਤੂਆਂ ਨੇ ਨਾ, ਇਹਨਾਂ ਦੇ ਉੱਤੇ ਆਪਣਾ ਹੱਕ ਨਾ ਜਤਾਉਣ ਲੱਗ ਪਵੇ, ਇਹ ਨਾ ਕਵੇ ਵੀ ਇਹ ਮੇਰੀਆਂ ਨੇ। ਮਹਾਰਾਜ ਕਹਿਣ ਲੱਗੇ ਜਿਸ ਕੀ ਵਸਤ ਤਿਸ ਆਗਿਆ ਰੱਖੈ, ਜਿਸ ਵਾਹਿਗੁਰੂ ਦੀ ਦਿੱਤੀ ਹੋਈ ਵਸਤੂ ਹੈ ਨਾ, ਉਹਦੇ ਉੱਤੇ ਆਪਣੀ ਮੇਰ ਨਾ ਕਰੇ, ਇਹ ਉਸ ਵਾਹਿਗੁਰੂ ਦੇ ਅੱਗੇ ਭੇਟਾ 'ਚ ਰੱਖ ਦੇਵੇ। ਮਹਾਰਾਜ ਵੀ ਲੈ, ਇਹ ਤੇਰੀ ਵਸਤੂ ਸੀ, ਤੂੰ ਆਪਣੀ ਵਸਤੂ ਨੂੰ ਸਾਂਭ ਲੈ। ਮਹਾਰਾਜ ਜਿਵੇਂ ਕਬੀਰ ਜੀ ਕਹਿੰਦੇ ਨੇ, ਕਬੀਰ ਮੇਰਾ ਮੁਝ ਮਹਿ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕਉ ਸੌਪਤੇ ਕਿਆ ਲਾਗੈ ਮੇਰਾ। ਜੇ ਇਹ ਮਹਾਰਾਜ ਕਹਿਣ ਲੱਗੇ ਉਹਦੀਆਂ ਜਿਹੜੀਆਂ ਜਿਸ ਕੀ ਵਸਤ ਤਿਸ ਆਗਿਆ ਰੱਖਿਆ, ਜਿਸ ਵਾਹਿਗੁਰੂ ਦੀ ਦਿੱਤੀਆਂ ਹੋਈਆਂ ਵਸਤੂਆਂ, ਜੇ ਇਹ ਉਹਦੇ ਅੱਗੇ ਚੜਾ ਦੇਵੇ, ਭੇਟ ਕਰ ਦੇਵੇ, ਮਹਾਰਾਜ ਮੇਰਾ ਤਾਂ ਹੈ ਹੀ ਕੁਛ ਨਹੀਂ ਇਹਦੇ ਵਿੱਚ, ਫਿਰ ਉੱਪਰੋਂ ਪ੍ਰਭ ਕੀ ਆਗਿਆ ਮਾਨੈ ਮਾਥੈ, ਤੇ ਉਸ ਵਾਹਿਗੁਰੂ ਦੀ ਆਗਿਆ ਆਪਣੇ ਮੱਥੇ ਤੇ ਮੰਨੇ, ਖਿੜੇ ਮੱਥੇ ਪ੍ਰਵਾਨ ਕਰ ਲਵੇ, ਕਦੇ ਵੱਟ ਨਾ ਪਾਵੇ, ਉਹਦੇ ਭਾਣੇ 'ਚ ਰਵੇ, ਦੁੱਖ ਸੁੱਖ ਇੱਕ ਸਮਝੇ, ਉਸ ਦੀ ਆਗਿਆ 'ਚ ਉਹਦੇ ਭਾਣੇ 'ਚ ਰਹਿਣਾ ਸ਼ੁਰੂ ਕਰ ਦਵੇ, ਉਸ ਤੇ ਚੌਗਨ ਕਰੈ ਨਿਹਾਲ। ਫਿਰ ਮਹਾਰਾਜ ਐਡਾ ਦਿਆਲੂ ਹੈ ਨਾ, ਐਡਾ ਬਖਸ਼ਿੰਦਾ, ਫਿਰ ਪਹਿਲਾਂ ਨਾਲੋਂ ਵੀ ਚੌਗਣਾ ਨਿਹਾਲ ਕਰ ਦਿੰਦਾ, ਮਤਲਬ ਚੌਗਣੀ ਵਸਤੂ ਬਖਸ਼ਦਾ, ਫਿਰ ਇਹਨੂੰ ਚੌਗਣਾ ਨਿਹਾਲ ਕਰ ਦਿੰਦਾ। ਨਾਨਕ ਸਾਹਿਬ ਸਦਾ ਦਿਆਲ। ਤੇ ਉਹ ਵਾਹਿਗੁਰੂ ਸਦਾ ਹੀ ਦਿਆਲੂ ਹੈ ਭਾਈ, ਉਹ ਤਾਂ ਸਦਾ ਹੀ ਦਇਆ ਕਰਦਾ ਹੈ। ਅੱਗੇ ਮਹਾਰਾਜ ਕਹਿੰਦੇ ਹਨ, ਅਨੇਕ ਭਾਂਤ ਮਾਇਆ ਕੇ ਹੇਤ।
ਦੇਖੋ ਇਹ ਅਨੇਕਾਂ ਭਾਂਤ ਦੇ ਨਾਲ ਮਾਇਆ ਦੇ ਵਾਸਤੇ, ਧਨ ਦੌਲਤ ਵਾਸਤੇ ਉਪਾਅ ਕਰਦਾ ਰਹਿੰਦਾ ਹੈ। ਕਦੇ ਕਿਤੋਂ ਮਾਰ ਕੇ ਲਿਆਉਂਦਾ, ਕਦੇ ਕਿਤੋਂ ਕੋਈ ਚੀਜ਼ ਲਿਆਉਂਦਾ ਜੀ। ਅਨੇਕਾਂ ਉਪਾਅ ਕਰਦਾ ਹੈ ਧਨ ਦੌਲਤ ਵਾਸਤੇ, ਠੱਗੀਆਂ ਠੋਰੀਆਂ ਕਰਦਾ ਹੈ, ਕਦੇ ਕਿਸੇ ਦਾ ਹੱਕ ਖਾ ਜਾਂਦਾ ਹੈ, ਰਿਸ਼ਵਤਾਂ ਲੈ ਲੈਂਦਾ ਹੈ। ਸਰ ਪਰ ਹੋਵਤ ਜਾਨ ਅਨੇਤ, ਪਰ ਹੇ ਮੂਰਖਾ ਇਸ ਗੱਲ ਨੂੰ ਤੂੰ ਜ਼ਰੂਰ ਜਾਣ ਲਈ ਮਹਾਰਾਜ ਕਹਿੰਦੇ, ਸਰ ਪਰ ਹੋਵਤ ਜਾਨ ਅਨੇਤ। ਹੇ ਜੀਵ, ਇਹ ਤੂੰ ਜ਼ਰੂਰ ਵਰ ਜ਼ਰੂਰ ਅਵਸ਼ ਇਸ ਗੱਲ ਨੂੰ ਮੰਨ ਲੈ ਕਿ ਇਹ ਜਿਹੜੀ ਮਾਇਆ ਜਿਹਦੇ ਵਾਸਤੇ ਤੂੰ ਹਿੱਤ ਕਰਦਾ ਨਾ, ਜਿਹਦੇ ਵਾਸਤੇ ਠੱਗੀਆਂ ਠੋਰੀਆਂ ਕਰਦਾ ਹੈ, ਇਹ ਨਾਸਵੰਤ ਹੈ। ਇਹ ਨਾਸ ਹੋ ਜਾਣੀ ਹੈ, ਤੇਰੇ ਪਾਸੋਂ ਚਲੀ ਜਾਣੀ ਹੈ, ਤੇਰੇ ਕੋਲ ਸਦਾ ਨਹੀਂ ਰਹਿਣੀ ਹੈਗੀ। ਮਹਾਰਾਜ ਕਹਿੰਦੇ ਇਹਦਾ ਤਾਂ ਹਾਲ ਉਹ ਹੈ। ਫਿਰ ਮਾਰੇ ਕਹਿੰਦੇ ਬਿਰਖ ਕੀ ਛਾਇਆ ਸਿਉ ਰੰਗ ਲਾਵੇ। ਜਿਹੜਾ ਬੰਦਾ ਦਰਖਤ ਦੀ ਛਾਂ ਦੇ ਨਾਲ ਪ੍ਰੇਮ ਲਾ ਲੈਂਦਾ ਨਾ, ਫਿਰ ਮਹਾਰਾਜ ਕਹਿਣ ਲੱਗੇ ਉਹ ਬਿਨਸੈ ਉਹ ਮਨ ਪਛਤਾਵੇ। ਤੇ ਫਿਰ ਉਹ ਜਿਹੜੀ ਦਰਖਤ ਦੀ ਛਾਂ ਸਦਾ ਇੱਕ ਥਾਵੇਂ ਥੋੜੀ ਰਹਿੰਦੀ ਹੈ। ਜਿਵੇਂ ਆਪਾਂ ਮੰਨ ਲਓ ਦਰਖਤ ਦੀ ਛਾਂ ਦੇ ਹੇਠਾਂ ਪੈ ਜਾਈਏ ਪਿਆਰ ਕਰਕੇ, ਪ੍ਰੇਮ ਦੇ ਨਾਲ, ਬੜੀ ਸੰਘਣੀ ਛਾਂ, ਬੜੇ ਰਸ ਨਾਲ ਆਨੰਦ ਨਾਲ ਸੌਂ ਜਾਈਏ। ਜਦੋਂ ਸੂਰਜ ਘੁੰਮਦਾ ਛਾਂ ਘੁੰਮ ਜਾਂਦੀ ਹੈ, ਜਦੋਂ ਸਾਡੇ ਸਰੀਰ ਦੇ ਉੱਤੇ ਧੁੱਪ ਪੈਂਦੀ, ਇੱਕੋ ਦਮ ਤਕਲੀਫ ਹੁੰਦੀ ਹੈ, ਬੰਦਾ ਫਿਰ ਉਸ ਵਕਤ ਉੱਠ ਕੇ ਇੱਕੋ ਦਮ ਤੜਫਦਾ। ਮਹਾਰਾਜ ਕਹਿੰਦੇ ਦਰਖਤ ਦੀ ਛਾਂ ਦੇ ਨਾਲ ਜੇ ਕੋਈ ਪ੍ਰੇਮ ਲਾ ਲਵੇ, ਮਹਾਰਾਜ ਕਹਿੰਦੇ ਉਹ ਬਿਨਸੈ ਉਹ ਮਨ ਪਛਤਾਵੇ। ਤੇ ਉਹ ਜਦੋਂ ਨਾਸ ਹੁੰਦੀ ਹੈ ਨਾ, ਫਿਰ ਉਹ ਮਨ ਦੇ ਵਿੱਚ ਪਛਤਾਉਂਦਾ ਹੈ। ਇਸੇ ਤਰ੍ਹਾਂ ਦਰਖਤ ਦੀ ਨਿਆਈ ਕੌਣ ਹੈ? ਵਾਹਿਗੁਰੂ। ਤੇ ਉਸ ਦਰਖਤ ਦੀ ਛਾਂ ਕਿਹੜੀ ਹੈ? ਇਹ ਮਾਇਆ। ਜਿਹੜਾ ਬੰਦਾ ਇਸ ਮਾਇਆ ਦੇ ਨਾਲ ਪ੍ਰੇਮ ਲਾ ਲੈਂਦਾ ਨਾ, ਮਹਾਰਾਜ ਕਹਿਣ ਲੱਗੇ ਇਹ ਸਮੇਂ ਦੇ ਅਨੁਸਾਰ, ਪਰਾਲਬਧ ਦੇ ਅਨੁਸਾਰ ਜਦੋਂ ਇਹ ਨਾਸ ਹੋ ਜਾਂਦੀ ਹੈ, ਬੰਦੇ ਕੋਲ ਰਹਿੰਦੀ ਨਹੀਂ, ਫਿਰ ਪਛਤਾਉਂਦਾ ਵੀ ਉਹਦੇ ਨਾਲ ਪ੍ਰੇਮ ਜੋ ਲਾਇਆ ਹੁੰਦਾ, ਉਹਦੇ ਨਾਲ ਪ੍ਰੇਮ ਲਾਇਆ ਹੁੰਦਾ, ਫਿਰ ਜਦੋਂ ਨਾਸ ਹੋ ਜਾਂਦੀ ਹੈ ਮਾਇਆ, ਫਿਰ ਪਛਤਾਉਂਦਾ ਰਹਿੰਦਾ ਹੈ। ਉਹ ਕਹਿੰਦੇ ਨਾ ਕਬੀਰ, ਜਬ ਕਿਛ ਪਾਵੈ ਤਬ ਗਰਬ ਕਰਤ ਹੈ, ਮਾਇਆ ਗਈ ਤਬ ਰੋਵਨ ਲੱਗਦਾ। ਫਿਰ ਰੋਣ ਲੱਗਦਾ, ਫਿਰ ਪਛਤਾਉਂਦਾ ਵੀ ਮੈਂ ਤਾਂ ਯਾਰ ਇਹਦੇ ਨਾਲ ਬੜਾ ਪ੍ਰੇਮ ਕੀਤਾ ਸੀ, ਮੇਰੇ ਕੋਲ ਰਹੀ ਹੋਈ ਨਹੀਂ। ਫਿਰ ਉਹ ਪਛਤਾਉਂਦਾ ਜਦੋਂ ਮਾਇਆ ਚਲੀ ਜਾਂਦੀ ਹੈ। ਮਹਾਰਾਜ ਕਹਿਣ ਲੱਗੇ ਅੱਗੇ ਸਤਿਗੁਰੂ ਜੀ ਮਹਾਰਾਜ ਬਚਨ ਕਰਦੇ ਹਨ, ਜੋ ਦੀਸੈ ਸੋ ਚਾਲਨਹਾਰ। ਹੇ ਭਾਈ, ਆ ਜੋ ਵੀ ਅੱਖਾਂ ਦੇ ਨਾਲ ਦਿਸਣ ਚ ਆ ਰਿਹਾ ਨੇ, ਸਭ ਕੁਝ ਚੱਲਣਹਾਰ ਹੈ, ਚਲੇ ਜਾਣਾ, ਨਾਸ ਹੋ ਜਾਣਾ, ਨਾਸਵੰਤ ਹੈ। ਲਪਟ ਰਹਿਓ ਤਹਿ ਅੰਧ ਅੰਧਾਰ। ਪਰ ਇਹ ਅਗਿਆਨਤਾ ਦੇ ਹਨੇਰੇ ਦੇ ਵਿੱਚ ਅੰਨਾ ਹੋਇਆ, ਇਹਨਾਂ ਚੀਜ਼ਾਂ ਦੇ ਨਾਲ, ਵਸਤੂਆਂ ਦੇ ਨਾਲ ਬਹੁਤਾ ਜ਼ਿਆਦਾ ਪ੍ਰੇਮ ਪਾਈ ਬੈਠਾ, ਲਪਟਿਆ ਬੈਠਾ ਇਹਨਾਂ ਚੀਜ਼ਾਂ ਦੇ ਨਾਲ। ਬਟਾਊ ਸਿਉ ਜੋ ਲਾਵੈ ਨੇਹ। ਬਟਾਊ ਦਾ ਮਤਲਬ ਹੁੰਦਾ ਰਾਹੀ, ਬਾਟ ਦਾ ਮਤਲਬ ਹੁੰਦਾ ਰਸਤਾ, ਬਟਾਊ ਦਾ ਮਤਲਬ ਰਸਤੇ ਤੇ ਚੱਲਣ ਵਾਲਾ ਜਿਹੜਾ ਰਾਹੀ ਹੈ। ਮਹਾਰਾਜ ਕਹਿੰਦੇ ਬਟਾਊ ਸਿਉ ਜੋ ਲਾਵੈ ਨੇਹ। ਜਿਹੜਾ ਬੰਦਾ ਬਟਾਊ ਦੇ ਨਾਲ, ਰਾਹੀ ਦੇ ਨਾਲ ਪ੍ਰੇਮ ਲਾ ਲੈਂਦਾ, ਫਿਰ ਮਹਾਰਾਜ ਕਹਿੰਦੇ ਤਾ ਕੋ ਹਾਥ ਨਾ ਆਵੇ ਕਿ ਉਹਨੂੰ ਕੁਝ ਵੀ ਹੱਥ ਨਹੀਂ ਆਉਂਦਾ ਹੈ। ਬਟਾਊ ਸਿਉ ਜੋ ਲਾਵੈ ਨੇਹ। ਮਹਾਰਾਜ ਕਹਿੰਦੇ ਬਟਾਊ ਜਿਹੜਾ ਇਸ ਸਰੀਰ ਦੇ ਨਾਲ ਪ੍ਰੇਮ ਲਾ ਲੈਂਦਾ, ਕਿਉਂਕਿ ਸਰੀਰ ਹੈ ਜਿਹੜਾ ਬੜਿਆਂ ਰਾਹਾਂ ਤੇ ਤੁਰ ਤੁਰ ਕੇ ਆਇਆ, ਕਦੇ ਕੀੜਾ ਬਣ ਗਿਆ, ਕਦੇ ਪਤੰਗਾ ਬਣ ਗਿਆ, ਕਦੇ ਕੁਛ ਬਣ ਗਿਆ, ਕਦੇ ਕੁਛ ਬਣ ਗਿਆ। ਤੇ ਮਹਾਰਾਜ ਕਹਿੰਦੇ ਇਹ ਰਾਹੀ ਹੋਈ ਹੈ, ਇਹ 84 ਲੱਖ ਘੁੰਮਦਾ ਰਹਿੰਦਾ ਜਿਹੜਾ ਸਰੀਰ ਹੈ। ਤੇ ਜਿਹੜਾ ਇਸ ਸਰੀਰ ਦੇ ਨਾਲ ਮੋਹ ਲਾ ਲੈਂਦਾ ਨਾ, ਪ੍ਰੇਮ ਲਾ ਲੈਂਦਾ, ਉਹਦੇ ਹੱਥ ਕੁਛ ਨਹੀਂ ਆਉਂਦਾ। ਮਹਾਰਾਜ ਕਹਿਣ ਲੱਗੇ ਇਸੇ ਕਰਕੇ ਮਹਾਰਾਜ ਕਹਿੰਦੇ ਸਾਧੂ ਇਹੋ ਤਨ ਮਿਥਿਆ ਜਾਨੋ, ਯਾ ਭੀਤਰ ਜੋ ਰਾਮ ਅਵਸਥ ਹੈ ਸਾਚੋ ਤਾਹੇ ਪਛਾਨੋ। ਮਹਾਰਾਜ ਕਹਿਣ ਲੱਗੇ ਹੇ ਭਾਈ, ਇਹ ਤਨ ਮਿਥਿਆ ਹੈ, ਨਾਸਵੰਤ ਹੈ, ਇਹਦੇ ਅੰਦਰ ਜਿਹੜੀ ਵਾਹਿਗੁਰੂ ਦੀ ਜੋਤ ਹੈ ਉਹ ਅਸਲੀ ਹੈ, ਉਹਦੇ ਨਾਲ ਪ੍ਰੇਮ ਪਾ। ਤੇ ਅੱਗੇ ਮਹਾਰਾਜ ਕਹਿੰਦੇ ਹਨ ਮਨ ਹਰਿ ਕੇ ਨਾਮ ਕੀ ਪ੍ਰੀਤ ਸੁਖਦਾਈ। ਹੇ ਮੇਰੇ ਮਨਾ, ਹਰੀ ਦੇ ਨਾਮ ਦੀ ਜਿਹੜੀ ਪ੍ਰੀਤ ਹੈ ਨਾ, ਉਹੀ ਅਸਲ ਦੇ ਵਿੱਚ ਸੁਖਦਾਇਕ ਹੈ। ਜਿਹੜਾ ਪ੍ਰਮਾਤਮਾ ਦੇ ਨਾਮ ਦੇ ਨਾਲ ਪ੍ਰੀਤ ਪੈਣੀ ਹੈ, ਉਹੀ ਬੰਦੇ ਨੂੰ ਸੁਖ ਬਖਸ਼ਦੀ ਹੈ। ਪ੍ਰਮਾਤਮਾ ਦਾ ਪ੍ਰੇਮ ਹੀ ਸੁਖਦਾਇਕ ਹੈ। ਕਰ ਕਿਰਪਾ ਨਾਨਕ ਆਪ ਲੈ ਲਾਈ। ਜਿਨ੍ਹਾਂ ਤੇ ਕਿਰਪਾ ਕੀਤੀ ਹੈ ਨਾ, ਉਹਨਾਂ ਦੀ ਪ੍ਰੀਤ ਵਾਹਿਗੁਰੂ ਨੇ ਆਪਣੇ ਨਾਲ ਲਾ ਲਈ ਹੈ, ਉਹਨਾਂ ਦਾ ਪ੍ਰੇਮ ਆਪਣੇ ਨਾਲ ਲਾ ਲਿਆ ਵਾਹਿਗੁਰੂ ਨੇ। ਅਗਲੀ ਪੌੜੀ 'ਚ ਸਤਿਗੁਰੂ ਕਹਿੰਦੇ ਹਨ ਮਿਥਿਆ ਤਨ ਧਨ ਕੁਟੰਬ ਸਬਾਇਆ। ਮਹਾਰਾਜ ਕਹਿਣ ਲੱਗੇ ਮਿਥਿਆ ਦਾ ਮਤਲਬ ਹੁੰਦਾ ਜਿਹੜੀ ਚੀਜ਼ ਦੇਖਣ 'ਚ ਤਾਂ ਸੱਚ ਜਾਪਦੀ ਹੋਵੇ ਪਰ ਹੋਵੇ ਨਾ, ਉਹਨੂੰ ਮਿਥਿਆ ਕਹਿ ਦਿੰਦੇ।
ਮਹਾਰਾਜ ਕਹਿਣ ਲੱਗਿਆ ਤਨ ਜਿਹੜਾ ਤੇਰਾ ਸਰੀਰ ਹੈ ਇਹ ਵੀ ਮਿਥਿਆ ਹੈ। ਇਹ ਦੇਖਣ 'ਚ ਤਾਂ ਸੱਚਾ ਲੱਗਦਾ ਪਰ ਅਸਲ ਦੇ ਵਿੱਚ ਹੈ ਨਾਸਵੰਤ। ਇਸ ਕਰਕੇ ਮਾਰ ਕੇ ਮਿਥਿਆ ਤਨ ਧਨ ਕੁਟੰਬ ਸਬਾਇਆ। ਇਹ ਧਨ ਵੀ ਮਿਥਿਆ ਨਾਸਵੰਤ ਹੀ ਹੈ। ਕੁਟੰਬ ਜਿਹੜਾ ਪਰਿਵਾਰ ਹੈ ਸਾਰਾ ਇਹ ਵੀ ਨਾਸਵੰਤੀ ਹੈ। ਮਹਾਰਾਜ ਕਹਿਣ ਲੱਗੇ ਇਹ ਵੀ ਅਣਹੋਇਆ ਹੀ ਪ੍ਰਤੀਤ ਹੋ ਰਿਹਾ ਹੈ। ਹਉਮੈ ਮਿਥਿਆ ਹਉਮੈ ਮਮਤਾ ਮਾਇਆ। ਕਹਿੰਦੇ ਜਿਹੜੀ ਦੇਹ ਦੀ ਹਉਮੈ ਹੈ ਨਾ, ਸਰੀਰ ਦੀ ਹਉਮੈ ਹੈ, ਤੇ ਜਿਹੜੀ ਮਮਤਾ ਹੈ ਪਦਾਰਥਾਂ ਦੀ, ਮਾਇਆ ਦੀ ਮਮਤਾ ਹੈ ਜਿਹੜੀ, ਇਹ ਵੀ ਸਭ ਮਿਥਿਆ ਹੀ ਹੈ। ਮਾਇਆ ਵੀ ਨਾਸਵੰਤੀ ਹੈ ਤੇ ਜਦੋਂ ਇਹ ਨਾਸਵੰਤ ਰਹਿਣੀ ਹੋਣੀ ਇਹਦੇ ਨਾਲ ਫਿਰ ਪ੍ਰੀਤ ਕਾਹਦੀ ਕਰਨੀ, ਇਹਦੀ ਹਉਮੈ ਕਾਹਦੀ ਕਰਨੀ ਆ। ਫਿਰ ਇਹ ਸਭ ਇਸ ਸਰੀਰ ਦੀ ਹਉਮੈ, ਮਾਇਆ ਦੀ ਮਮਤਾ ਸਭ ਮਿਥਿਆ ਹੀ ਹੈ। ਮਿਥਿਆ ਰਾਜ ਜੋਬਨ ਧਨ ਮਹਾਲ। ਮਾਰੇ ਕਹਿੰਦੇ ਇਹ ਜਿਹੜਾ ਰਾਜ ਭਾਗ ਹੈ ਇਹ ਵੀ ਮਿਥਿਆ ਹੀ ਹੈ, ਨਾਸਵੰਤੀ ਹੈ। ਨਾਸ ਹੋ ਜਾਣਾ, ਸਦਾ ਨਹੀਂ ਰਹਿਣਾ। ਜਵਾਨੀ ਵੀ ਨਾਸਵੰਤੀ ਹੈ। ਧਨ ਮਾਲ, ਇਹ ਧਨ ਹੈ ਜਿਹੜਾ ਮਾਲ, ਹਾਥੀ ਘੋੜੇ ਹੈ, ਇਹ ਵੀ ਨਾਸ ਹੋ ਜਾਣੇ, ਨਾਸਵੰਤੀ ਹੈ। ਸਭ ਕੁਝ ਕਦੇ ਸਦਾ ਨਹੀਂ ਰਹਿਣਾ। ਮਿਥਿਆ ਕਾਮ ਕ੍ਰੋਧ ਵਿਕਰਾਲ। ਜਿਹੜਾ ਕਾਮ ਹੈ ਮਨ ਦੇ ਵਿੱਚ ਵਿਸ਼ਿਆਂ ਨੂੰ ਭੋਗਣ ਦੀ ਇੱਛਾ ਹੈ ਇਹ ਵੀ ਸਭ ਨਾਸਵੰਤੀ ਹੈ। ਮਹਾਰਾਜ ਕਹਿੰਦੇ ਕ੍ਰੋਧ ਜਿਹਦੇ ਵਿੱਚ ਬੰਦਾ ਵਿਕਰਾਲ ਹੋ ਜਾਂਦਾ, ਬੜਾ ਭਿਆਨਕ ਰੂਪ ਧਾਰਨ ਕਰ ਲੈਂਦਾ, ਇਹ ਸਭ ਵਕਾਰ ਮਿਥਿਆ ਹੀ ਨੇ। ਮਹਾਰਾਜ ਕਹਿਣ ਲੱਗੇ ਮਿਥਿਆ ਰਥ ਹਸਤੀ ਅਸਵ ਬਸਤਰਾ। ਕਹਿੰਦੇ ਹਾਥੀ, ਰਥ, ਘੋੜੇ, ਬਸਤਰ ਇਹ ਸਭ ਨਾਸਵੰਤ ਨੇ, ਮਿਥਿਆ ਨੇ। ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ। ਮਹਾਰਾਜ ਕਹਿਣ ਲੱਗੇ ਜਿਹੜੀ ਮਾਇਆ ਦੇ ਨਾਲ ਇਹ ਪ੍ਰੇਮ ਲਾਈ ਬੈਠਾ ਨਾ, ਤੇ ਮਾਇਆ ਦੇ ਨਾਲ ਰਹਿ ਰਹਿ ਕੇ ਬੜਾ ਪ੍ਰਸੰਨ ਹੁੰਦਾ ਹੈ, ਹੱਸਦਾ ਹੈ, ਖੁਸ਼ ਹੁੰਦਾ ਹੈ ਮਾਇਆ ਨੂੰ ਦੇਖ ਦੇਖ ਕੇ, ਉਹਦਾ ਸੰਗ ਕਰ ਕਰਕੇ ਬੜੇ ਪ੍ਰੇਮ ਦੇ ਨਾਲ, ਇਹ ਵੀ ਸਭ ਮਿਥਿਆ ਹੀ ਹੈ। ਸਤਿਗੁਰੂ ਕਹਿਣ ਲੱਗੇ ਮਿਥਿਆ ਧਰੋਹ ਮੋਹ ਅਭਿਮਾਨ। ਜਿਹੜਾ ਕਿਸੇ ਨਾਲ ਛਲ ਕਰ ਲੈਣਾ, ਕਪਟ ਕਰ ਲੈਣਾ, ਇਹ ਵੀ ਸਭ ਮਿਥਿਆ ਹੈ। ਮੋਹ ਵੀ ਮਿਥਿਆ, ਹੰਕਾਰ ਵੀ ਮਿਥਿਆ। ਮਿਥਿਆ ਆਪਸ ਉਪਰ ਕਰਤ ਗੁਮਾਨ। ਜਿਹੜਾ ਬੰਦਾ ਆਪਣੇ ਉੱਪਰ ਹੰਕਾਰ ਕਰੀ ਬੈਠਾ ਨਾ, ਇਹ ਵੀ ਸਭ ਮਿਥਿਆ ਹੀ ਹੈ। ਮਹਾਰਾਜ ਕਹਿਣ ਲੱਗੇ ਕਿਉਂਕਿ ਤਨ ਮਿਥਿਆ, ਇਹਦੇ ਉੱਪਰ ਮਾਣ ਕਾਹਦਾ ਕਰਨਾ, ਇਹ ਵੀ ਸਭ ਮਿਥਿਆ ਹੀ ਹੈ। ਅਸਥਿਰ ਭਗਤ ਸਾਧ ਕੀ ਸਰਨ। ਜੇ ਕੁਝ ਰਹਿਣ ਵਾਲੀ ਹੈ ਨਾ, ਪਰਮਾਤਮਾ ਦੀ ਭਗਤੀ ਹੈ। ਉਹ ਸਾਧੂ ਗੁਰਮੁਖਾਂ ਦੀ ਸ਼ਰਨ ਦੇ ਵਿੱਚ ਜਾ ਕਰਕੇ ਪ੍ਰਾਪਤ ਹੁੰਦੀ ਹੈ। ਸਾਧੂਆਂ ਦੀ ਸ਼ਰਨ ਦੇ ਵਿੱਚ ਆ ਕੇ ਜਿਹੜੀ ਭਗਤੀ ਕਰਨੀ, ਇਹੀ ਸਦਾ ਰਹਿਣ ਵਾਲੀ ਹੈ, ਇਹ ਨਹੀਂ ਨਾਸਵੰਤ ਹੈਗੀ। ਨਾਨਕ ਜਪ ਜਪ ਜੀਵੈ ਹਰਿ ਕੇ ਚਰਨ। ਅਸੀਂ ਉਸ ਵਾਹਿਗੁਰੂ ਦੇ ਚਰਨਾਂ ਨੂੰ ਜਪ ਜਪ ਕੇ ਜਿਉਂਦੇ ਹੁੰਨੇ ਆ, ਉਹਦੇ ਚਰਨਾਂ ਨਾਲ ਜੁੜਦੇ ਆ। ਇਹ ਮਹਾਰਾਜ ਨੇ 4 ਪੌੜੀਆਂ ਬਖਸ਼ੀਆਂ ਨੇ। ਹੋਈਆਂ ਬੇਅੰਤ ਗਲਤੀਆਂ ਦੀ ਮਾਫੀ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।